हाँ जी, स्वागत है जी तुहाडा सारिਆਂ ਨਾਲ ਸਾਡੇ YouTube ਚੈਨਲ एग्जाम स्टडी विद जॉब अलर्ट ਤੇ। ਸੋ ਪੰਜਾਬ ਹਿਸਟਰੀ जीके ਨਵੇਂ MCQ ਪ੍ਰਸ਼ਨ ਉੱਤਰ ਅਗਲੇ ਭਾਗ ਵਿੱਚ ਲੈ ਕੇ ਆਏ ਹਾਂ। ਭਾਗ 4 ਹੈ। ਇਸ ਤੋਂ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤੇ ਹੋਏ ਨੇ, ਜਿਨ੍ਹਾਂ ਨੇ ਹਾਲੇ ਤੱਕ ਰੀਡ ਨਹੀਂ ਕੀਤੇ ਉਸ ਤੇ ਜਾ ਕੇ ਰੀਡ ਕਰ ਸਕਦੇ ਹੋ। ਸੋ ਡੇਲੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਇਨਫੋਰਮੇਸ਼ਨ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਨਵੇਂ MCQ ਪ੍ਰਸ਼ਨ ਉੱਤਰ। ਤਾਂ ਇਹ ਸਾਰੇ ਕੁਐਸਚਨ ਜਿਹੜੇ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਨੇ, ਜੋ ਸਿੱਖਾਂ ਦੇ ਦੂਸਰੇ ਗੁਰੂ ਹੋਏ ਸੀਗੇ। ਸੋ ਇਸ ਕਰਕੇ 1 ਨੰਬਰ ਸੀਰੀਜ਼ ਉਹ ਸਟਾਰਟ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵਾਲੇ ਭਾਗ ਜਿਹੜੇ 2-3 ਭਾਗ ਤੁਹਾਨੂੰ ਪ੍ਰੋਵਾਈਡ ਕੀਤੇ ਨੇ, ਤਾਂ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਰੇ ਕੁਐਸਚਨ ਸੀ, ਜਿੰਨੇ ਵੀ ਬਣਦੇ ਸੀ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਨੇ। ਸੋ ਇਸੇ ਤਰ੍ਹਾਂ 10 ਗੁਰੂ ਸਾਹਿਬਾਨ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਬਣਨਗੇ ਤੁਹਾਨੂੰ ਪਾਰਟ ਵਾਈਜ਼ ਪ੍ਰੋਵਾਈਡ ਕਰਦੇ ਰਹਾਂਗੇ। ਸੋ ਪਹਿਲਾ ਕੁਐਸਚਨ ਹੈ, ਸਿੱਖ ਧਰਮ ਦੇ 10 ਗੁਰੂਆਂ ਦੇ ਵਿੱਚੋਂ ਗੁਰੂ ਅੰਗਦ ਦੇਵ ਜੀ ਕਿਹੜੇ ਸਥਾਨ 'ਤੇ ਸੀ? ਕਹਿਣ ਤੋਂ ਭਾਵ ਹੈ ਕਿੰਨਵੇਂ ਗੁਰੂ ਸੀ। ਸੋ ਤੁਹਾਨੂੰ ਆਨਸਰ ਭਲੀ ਭਾਂਤ ਪਤਾ ਹੋਏਗਾ, ਦੂਜੇ ਗੁਰੂ, ਆਪਸ਼ਨ ਆੜਾ। ਗੁਰੂ ਅੰਗਦ ਦੇਵ ਸੀ ਜਿਹੜੇ ਸਿੱਖਾਂ ਦੇ ਦੂਸਰੇ ਗੁਰੂ ਸੀਗੇ। ਸੋ ਇਹ ਕੁਐਸਚਨ ਵੀ ਇਹਦੇ ਵਿੱਚੋਂ ਨਿਕਲਿਆ, ਸਿੱਖਾਂ ਦੇ ਦੂਜੇ ਗੁਰੂ ਕੌਣ ਸੀ, ਤੁਹਾਨੂੰ ਇਸੇ ਕੁਐਸਚਨ ਵਿੱਚ ਦੱਸਤਾ। ਤਾਂ ਆੜਾ ਆਨਸਰ ਆਏਗਾ ਗੁਰੂ ਅੰਗਦ ਦੇਵ ਜੀ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਕੀ ਨਾਮ ਸੀ? ਭਾਈ ਜੇਠਾ, ਅੰਗਦ ਦੇਵ, ਭਾਈ ਲਹਿਣਾ ਜਾਂ ਫਿਰ ਤਿਆਗਮੱਲ। ਤਾਂ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਸੀ ਜਿਹੜਾ ਉਹ ਭਾਈ ਲਹਿਣਾ ਸੀ। ਆਪਸ਼ਨ ਈਡੀ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਦਾ ਜਨਮ ਕਿਹੜੇ ਸਥਾਨ 'ਤੇ ਹੋਇਆ ਸੀ? ਤਲਵੰਡੀ ਸਾਬੋ, ਖਡੂਰ ਸਾਹਿਬ, ਮੱਤੇ ਦੀ ਸਰਾਂ ਜਾਂ ਫਿਰ ਕਰਤਾਰਪੁਰ ਵਿਖੇ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਸੀ ਜਿਹੜਾ ਉਹ ਮੱਤੇ ਦੀ ਸਰਾਂ ਸੀਗਾ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀਗਾ? ਕਿਹੜੇ ਈਅਰ ਦੇ ਵਿੱਚ ਹੋਇਆ ਸੀ? 1498, 1504, 1508 ਜਾਂ ਫਿਰ 1512 ਦੇ ਵਿੱਚ। ਤਾਂ ਗੁਰੂ ਅੰਗਦ ਦੇਵ ਜੀ ਦਾ ਜਨਮ ਸੀ ਜਿਹੜਾ 1504 ਈਸਵੀ ਦੇ ਵਿੱਚ ਹੋਇਆ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ? ਤੇਜਭਾਨ, ਫੇਰੂਮਲ, ਮਹਿਤਾ ਕਾਲੂ ਜਾਂ ਫਿਰ ਕਰਮਚੰਦ। ਤਾਂ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਫੇਰੂਮਲ ਸੀ। ਆਪਸ਼ਨ ਆੜਾ ਮਹਿਤਾ ਕਾਲੂ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਸੀ। ਸੋ ਫੇਰੂਮਲ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅੱਗੇ ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਕੀ ਨਾਮ ਸੀ? ਸਭਰਾਈ ਦੇਵੀ, ਬੀਬੀ ਨਾਨਕੀ, ਮਾਤਾ ਸੁਲੱਖਣੀ ਜਾਂ ਫਿਰ ਬੀਬੀ ਖੀਵੀ। ਤਾਂ ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਸਭਰਾਈ ਦੇਵੀ ਸੀ, ਪਿਤਾ ਦਾ ਨਾਮ ਫੇਰੂਮਲ ਸੀ ਅਤੇ ਮਾਤਾ ਦਾ ਨਾਮ ਸਭਰਾਈ ਦੇਵੀ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ ਕੀ ਸੀ? ਯਾਨੀ ਕਿ ਇਹਨਾਂ ਦਾ ਸਮਾਂ ਕਿੰਨੇ ਤੋਂ ਕਿੰਨੇ ਤੱਕ ਸੀ? 1535 ਤੋਂ 1550, 1538 ਤੋਂ 1551, 1539 ਤੋਂ 1552 ਜਾਂ ਫਿਰ 1540 ਤੋਂ 1553। ਤਾਂ ਇਹਨਾਂ ਦਾ ਜਿਹੜਾ ਸਮਾਂ ਸੀਗਾ ਉਹ ਆਪਸ਼ਨ ਈਡੀ 1539 ਤੋਂ 1552 ਤੱਕ ਸੀਗਾ। ਤਾਂ ਇੱਥੇ ਸਾਡੇ ਕੋਲ ਆਪਸ਼ਨ ਈਡੀ ਪਈ ਹੈ। ਤਾਂ ਇਹ ਸਮਾਂ ਸੀ ਜਿਹੜਾ ਗੁਰੂ ਅੰਗਦ ਦੇਵ ਜੀ ਸੀ, ਜਿਹਨੂੰ ਗੁਰੂ ਕਾਲ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦੇ ਕੀ ਨਾਮ ਸੀਗੇ? ਮੋਹਨ ਅਤੇ ਮੋਹਰੀ, ਦਾਤੂ ਤੇ ਦਾਸੂ, ਬੀਬੀ ਅਮਰੋ ਅਤੇ ਬੀਬੀ ਅਨੋਖੀ ਜਾਂ ਫਿਰ ਆੜਾ ਅਤੇ ਈੜੀ। ਤਾਂ ਗੁਰੂ ਅੰਗਦ ਦੇਵ ਜੀ ਦੇ ਦੋ ਬੱਚੇ ਸੀਗੇ, ਇਹਨਾਂ ਦੇ ਨਾਮ ਆਪਸ਼ਨ ਸੱਸਾ ਆਏਗਾ, ਦਾਤੂ ਅਤੇ ਦਾਸੂ ਅਤੇ ਬੀਬੀ ਅਮਰੋ ਅਤੇ ਬੀਬੀ ਅਨੋਖੀ। ਸੋ 4 ਇਹਨਾਂ ਦੇ ਬੱਚੇ ਸੀਗੇ, ਇਹਨਾਂ ਦੇ ਨਾਮ ਸੀਗੇ। ਸੋ ਇੱਥੇ ਦਾਸੂ ਹੈ, ਦਾਬੂ ਨਹੀਂ ਹੈ, ਕਿਉਂਕਿ ਫੌਂਟ ਚੇਂਜ ਹੋ ਜਾਂਦੇ ਹੈ, ਕਈ ਵਾਰ ਇਹ ਪ੍ਰੋਬਲਮ ਹੋ ਜਾਂਦੀ ਹੈ। ਸੋ ਆਪਸ਼ਨ ਸੱਸਾ ਸਾਡਾ ਆਨਸਰ ਆਏਗਾ। ਬਾਕੀ ਤੁਸੀਂ ਆਪਸ਼ਨਾਂ ਦੇ ਵਿੱਚ ਧਿਆਨ ਰੱਖਣਾ, ਅਗਰ ਦਾਤੂ ਤੇ ਦਾਸੂ ਪਾ ਦਿੱਤਾ ਜਾਂਦਾ ਹੈ ਤਾਂ ਉਸ 'ਤੇ ਕਲਿੱਕ ਕਰਨਾ ਹੈ। ਅਗਰ ਇਸੇ ਤਰ੍ਹਾਂ ਤੁਹਾਨੂੰ 4 ਆਪਸ਼ਨ ਆ ਗਈਆਂ ਤਾਂ ਆੜਾ ਅਤੇ ਈੜੀ ਯਾਨੀ ਕਿ ਸੱਸਾ ਆਪਸ਼ਨ ਆਨਸਰ ਆਏਗੀ। ਅਗਲਾ ਪ੍ਰਸ਼ਨ ਹੈ,
ਗੁਰੂ ਨਾਨਕ ਦੇਵ ਜੀ ਨਾਲ ਭਾਈ ਲਹਿਣਾ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ? ਭਾਈ ਲਹਿਣਾ ਜੀ ਯਾਨੀ ਕਿ ਗੁਰੂ ਅੰਗਦ ਦੇਵ ਜੀ ਦੀ ਕਰਤਾਰਪੁਰ, ਗੋਇੰਦਵਾਲ, ਖਡੂਰ ਸਾਹਿਬ ਜਾਂ ਫਿਰ ਹਰਿਦੁਆਰ। ਤਾਂ ਭਾਈ ਲਹਿਣਾ ਜੀ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਨਾਲ ਕਰਤਾਰਪੁਰ ਵਿਖੇ ਹੋਈ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਗੁਰੂ ਅੰਗਦ ਦੇਵ ਜੀ ਨੇ ਕਿਸ ਨਾਂ ਹੇਠ ਬਾਣੀ ਦੀ ਰਚਨਾ ਕੀਤੀ ਸੀ? ਭਾਈ ਲਹਿਣਾ, ਨਾਨਕ, ਜਨਮ ਵਿਸਾਖੀ ਜਾਂ ਫਿਰ ਗੁਰਮੁਖੀ। ਤਾਂ ਗੁਰੂ ਅੰਗਦ ਦੇਵ ਜੀ ਨੇ ਨਾਨਕ ਨਾਮ ਹੇਠ ਹੈ ਜਿਹੜੀ ਬਾਣੀ ਦੀ ਰਚਨਾ ਕੀਤੀ ਸੀ। ਤਾਂ ਇੱਥੇ ਨਾਨਕੀ ਨਹੀਂ ਹੈ, ਨਾਨਕ ਹੈ। ਅਗਲਾ ਪ੍ਰਸ਼ਨ ਹੈ, ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਹੜੇ ਸਿੱਖ ਗੁਰੂ ਦਾ ਰਿਹਾ ਸੀ? ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ। ਤਾਂ ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਸੀ ਜਿਹੜਾ ਗੁਰੂ ਅੰਗਦ ਦੇਵ ਜੀ ਦਾ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਇਹ ਕੁਐਸਚਨ ਮੋਸਟ ਇੰਪੋਰਟੈਂਟ ਹੈ, ਕਾਫੀ ਵਾਰ ਐਗਜ਼ਾਮ 'ਚ ਪੁੱਛਿਆ ਗਿਆ ਹੈ। ਸੋ ਜਨਮਦਾਤਾ ਦੇ ਤੌਰ 'ਤੇ ਪੁੱਛ ਲਿਆ ਜਾਂਦਾ ਹੈ ਤਾਂ ਗੁਰੂ ਅੰਗਦ ਦੇਵ ਜੀ ਹੀ ਆਏਗਾ। ਗੁਰੂ ਅੰਗਦ ਦੇਵ ਜੀ ਨੇ ਕਿਹੜੇ ਵਿਅਕਤੀ ਤੋਂ ਜਨਮ ਵਿਸਾਖੀ ਲਿਖਵਾਈ ਸੀ? ਬਲਵੰਤ, ਸੱਤਾ, ਭਾਈ ਬਾਲਾ ਜਾਂ ਫਿਰ ਮਿਹਰਬਾਨ। ਤਾਂ ਜਨਮ ਵਿਸਾਖੀ ਜਿਸ ਤੋਂ ਲਿਖਵਾਈ ਸੀ ਉਹ ਭਾਈ ਬਾਲਾ ਜੀ ਸੀਗੇ। ਗੁਰੂ ਅੰਗਦ ਦੇਵ ਜੀ ਦੁਆਰਾ ਇਹਨਾਂ ਤੋਂ ਜਨਮ ਵਿਸਾਖੀ ਲਿਖਵਾਈ ਗਈ ਸੀ। ਆਪਾਂ ਪੜ੍ਹਦੇ ਵੀ ਹਾਂ ਭਾਈ ਬਾਲੇ ਵਾਲੀ ਜਨਮ ਵਿਸਾਖੀ, ਮਿਹਰਬਾਨ ਵਾਲੀ ਜਨਮ ਵਿਸਾਖੀ। ਸੋ ਇਹ ਜਨਮ ਵਿਸਾਖੀਆਂ ਆਪਾਂ ਪੜ੍ਹਦੇ ਆਂਗੇ। ਸੋ ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀਗਾ? ਬਾਬਰ, ਹਮਾਯੂ, ਅਕਬਰ ਜਾਂ ਫਿਰ ਜਹਾਂਗੀਰ। ਤਾਂ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਮੁਗਲ ਸ਼ਾਸਕ ਸੀਗਾ, ਸਮਕਾਲੀ ਸੀ, ਇਹਨਾਂ ਦੇ ਸਮੇਂ ਦੌਰਾਨ ਹੋਇਆ, ਉਹ ਹਮਾਯੂ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ? ਬਾਬਰ, ਹਮਾਯੂ, ਅਕਬਰ ਜਾਂ ਫਿਰ ਜਹਾਂਗੀਰ। ਤਾਂ ਹਮਾਯੂ ਮੁਗਲ ਸ਼ਾਸਕ ਸੀਗਾ ਜੋ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀਗਾ। ਅਗਲਾ ਪ੍ਰਸ਼ਨ ਹੈ, ਮੁਗਲ ਸ਼ਾਸਕ ਹਮਾਯੂ ਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ? ਕਰਤਾਰਪੁਰ, ਗੋਇੰਦਵਾਲ, ਖਡੂਰ ਸਾਹਿਬ ਜਾਂ ਫਿਰ ਲਾਹੌਰ। ਤਾਂ ਇਹ ਮੁਲਾਕਾਤ ਹੋਈ ਸੀ ਖਡੂਰ ਸਾਹਿਬ। ਮੁਗਲ ਸ਼ਾਸਕ ਹਮਾਯੂ ਅਤੇ ਦੂਸਰੇ ਗੁਰੂ ਅੰਗਦ ਦੇਵ ਜੀ, ਇਹਨਾਂ ਦੀ ਮੁਲਾਕਾਤ ਖਡੂਰ ਸਾਹਿਬ ਵਿਖੇ ਹੋਈ ਸੀ। ਇਹ ਸਥਾਨ 'ਤੇ ਹੋਈ ਸੀਗੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਦਿ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਨੇ? 907, 697, 116 ਜਾਂ ਫਿਰ 62। ਤਾਂ ਆਦਿ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੇ 62 ਸ਼ਬਦ ਨੇ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੋਇੰਦਵਾਲ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ? ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ। ਤਾਂ ਗੋਇੰਦਵਾਲ ਦੀ ਸਥਾਪਨਾ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਲਵੰਤ ਅਤੇ ਸੱਤਾ ਨਾਮਕ ਰਾਗੀ ਕਿਹੜੇ ਗੁਰੂ ਦੇ ਸਮਕਾਲੀ ਸੀ? ਸੋ ਦੋ ਇਹ ਰਾਗੀ ਸੀਗੇ, ਬਲਵੰਤ ਅਤੇ ਸੱਤਾ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਦੇ ਸਮੇਂ। ਤਾਂ ਇਹ ਸਮਕਾਲੀ ਸੀਗੇ ਗੁਰੂ ਅੰਗਦ ਦੇਵ ਜੀ ਦੇ ਸਮੇਂ। ਸੋ ਵਿੱਚ ਦੀ ਇਹਨਾਂ ਨੇ ਹੰਕਾਰ ਵੀ ਕਰ ਲਿਆ ਸੀਗਾ, ਹੰਕਾਰ ਹੋ ਗਿਆ ਸੀ। ਸੋ ਇਹ ਛੱਡ ਵੀ ਗਏ ਸੀਗੇ। ਤਾਂ ਬਾਅਦ ਦੇ ਵਿੱਚ ਇਹਨਾਂ ਨੂੰ ਪਛਤਾਵਾ ਹੋਇਆ ਸੀ, ਤਾਂ ਫਿਰ ਤੋਂ ਇਹ ਗੁਰੂ ਸਾਹਿਬ ਕੋਲ ਆ ਗਏ ਸੀਗੇ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਸਮੇਂ ਕਿਹੜੀ ਇਸਤਰੀ ਨੇ ਪੰਗਤ ਪ੍ਰਥਾ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਸੀ? ਬੀਬੀ ਖੀਵੀ, ਬੀਬੀ ਭਾਨੀ, ਬੀਬੀ ਨਾਨਕੀ ਜਾਂ ਫਿਰ ਬੀਬੀ ਮੋਹਰੀ। ਤਾਂ ਉਹ ਇਸਤਰੀ ਸੀ ਬੀਬੀ ਖੀਵੀ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਪੰਗਤ ਪ੍ਰਥਾ ਦੇ ਵਿੱਚ ਵਿਸ਼ੇਸ਼ ਯੋਗਦਾਨ ਜਿਹੜਾ ਦਿੱਤਾ ਸੀ।
ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਕਿਹੜਾ ਸੀ? ਖਡੂਰ ਸਾਹਿਬ, ਗੋਇੰਦਵਾਲ, ਕਰਤਾਰਪੁਰ ਜਾਂ ਫਿਰ ਤਲਵੰਡੀ ਸਾਬੋ। ਤਾਂ ਉਸ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਸੀ ਜਿਹੜਾ ਖਡੂਰ ਸਾਹਿਬ ਸੀ ਗੁਰੂ ਅੰਗਦ ਦੇਵ ਜੀ ਦੇ ਸਮੇਂ। ਖਡੂਰ ਸਾਹਿਬ ਜਗ੍ਹਾ 'ਤੇ ਹੈ ਜਿਹੜਾ ਮੁਗਲ ਸ਼ਾਸਕ ਹਮਾਯੂ ਸੀ ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ ਸੀ। ਸੋ ਉਸ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਸੀਗਾ। ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਉਦਾਸੀ ਮਤ ਦਾ ਵਿਰੋਧ ਕਿਸ ਨੇ ਕੀਤਾ ਸੀ? ਗੁਰੂ ਨਾਨਕ ਦੇਵ ਜੀ, ਬਾਬਾ ਸ਼੍ਰੀ ਚੰਦ, ਗੁਰੂ ਅਮਰਦਾਸ ਜੀ ਜਾਂ ਫਿਰ ਭਾਈ ਲਹਿਣਾ ਜੀ ਨੇ। ਸੋ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਉਦਾਸੀ ਮਤ ਦਾ ਵਿਰੋਧ ਭਾਈ ਲਹਿਣਾ ਜੀ ਨੇ ਕੀਤਾ ਸੀ, ਯਾਨੀ ਕਿ ਗੁਰੂ ਅੰਗਦ ਦੇਵ ਜੀ ਜੋ ਸਿੱਖਾਂ ਦੇ ਦੂਸਰੇ ਗੁਰੂ ਸੀ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸਿੱਖ ਧਰਮ ਵਿੱਚ ਸਿੱਖਾਂ ਨੂੰ ਸਰੀਰਕ ਕਸਰਤ ਕਰਨ ਲਈ ਸਭ ਤੋਂ ਪਹਿਲਾਂ ਕਿਸ ਨੇ ਉਤਸ਼ਾਹਿਤ ਕੀਤਾ ਸੀ? ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਹਰਗੋਬਿੰਦ ਜਾਂ ਫਿਰ ਗੁਰੂ ਗੋਬਿੰਦ ਸਿੰਘ। ਤਾਂ ਇਹ ਵੀ ਕੀਤਾ ਸੀਗਾ ਜੀ ਗੁਰੂ ਅੰਗਦ ਦੇਵ ਜੀ ਨੇ। ਸਿੱਖਾਂ ਨੂੰ ਜਿਹੜਾ ਸਰੀਰਕ ਕਸਰਤ ਕਰਨ ਲਈ ਸਭ ਤੋਂ ਪਹਿਲਾਂ ਉਤਸ਼ਾਹਿਤ ਕਰਨ ਵਾਲੇ ਵੀ ਗੁਰੂ ਅੰਗਦ ਦੇਵ ਜੀ ਸੀਗੇ। ਅਗਲਾ ਪ੍ਰਸ਼ਨ ਹੈ, ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅਖਾੜੇ ਦਾ ਪ੍ਰਬੰਧ ਕਿਸ ਨੇ ਕੀਤਾ ਸੀ? ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਹਰਗੋਬਿੰਦ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ। ਤਾਂ ਅਖਾੜੇ ਦਾ ਪ੍ਰਬੰਧ ਵੀ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ। ਆਪਸ਼ਨ ਆੜਾ। ਸੋ ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅਖਾੜੇ ਦਾ ਪ੍ਰਬੰਧ ਵੀ ਗੁਰੂ ਅੰਗਦ ਦੇਵ ਜੀ ਦੁਆਰਾ ਕੀਤਾ ਗਿਆ। ਸਰੀਰਕ ਕਸਰਤ ਕਰਨ ਲਈ ਸਭ ਤੋਂ ਪਹਿਲਾਂ ਉਤਸ਼ਾਹਿਤ ਵੀ ਸੀ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ। ਅਗਲਾ ਪ੍ਰਸ਼ਨ ਹੈ, ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੀ ਸਭ ਤੋਂ ਪਹਿਲਾਂ ਜਾਂ ਸਭ ਤੋਂ ਵੱਡੀ ਦੇਣ ਕੀ ਸੀ? ਬਾਣੀ ਦੀ ਰਚਨਾ, ਜਨਮ ਸਾਖੀਆਂ ਦਾ ਸਕਲਨ ਕਰਵਾਉਣਾ, ਗੁਰੂ ਪਰੰਪਰਾ ਨੂੰ ਕਾਇਮ ਰੱਖਣਾ ਜਾਂ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਉਣਾ। ਤਾਂ ਇਹਦਾ ਆਨਸਰ ਆਏਗਾ ਜੀ ਆਪਸ਼ਨ ਸੱਸਾ। ਸਿੱਖ ਪੰਥ ਦੇ ਵਿਕਾਸ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਸੀ ਜਿਹੜੀ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਉਣਾ ਸੀ। ਇਸ ਕਰਕੇ ਸਭ ਤੋਂ ਵੱਧ ਜਿਹੜਾ ਯੋਗਦਾਨ ਸੀ ਗੁਰਮੁਖੀ ਲਿਪੀ ਦੇ ਵਿਕਾਸ ਦੇ ਵਿੱਚ ਉਹ ਵੀ ਗੁਰੂ ਅੰਗਦ ਦੇਵ ਜੀ ਦਾ ਸੀਗਾ। ਸੋ ਇਹਨਾਂ ਦੀ ਸਭ ਤੋਂ ਵੱਡੀ ਦੇਣ ਵੀ ਇਹੀ ਸੀ ਕਿ ਇਹਨਾਂ ਨੇ ਗੁਰਮੁਖੀ ਲਿਪੀ ਸੀ ਜਿਹੜੀ ਇਸ ਨੂੰ ਹਰਮਨ ਪਿਆਰਾ ਬਣਾਇਆ ਸੀ। ਅਗਲਾ ਪ੍ਰਸ਼ਨ ਹੈ, ਸਿੱਖ ਪੰਥ ਦੇ ਵਿੱਚ ਅਨੁਸ਼ਾਸਨ ਦੀ ਪਰੰਪਰਾ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ? ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਹਰਗੋਬਿੰਦ ਜਾਂ ਫਿਰ ਗੁਰੂ ਗੋਬਿੰਦ ਸਿੰਘ। ਤਾਂ ਇਹ ਅਨੁਸ਼ਾਸਨ ਦੀ ਪਰੰਪਰਾ ਸੀ ਜਿਹੜੀ ਇਹ ਵੀ ਗੁਰੂ ਅੰਗਦ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਸੋ ਬਹੁਤ ਸਾਰੇ ਕਾਰਜ ਜਿਹੜੇ ਸਿੱਖ ਪੰਥ ਲਈ ਗੁਰੂ ਅੰਗਦ ਦੇਵ ਜੀ ਨੇ ਕੀਤੇ ਸੀਗੇ। ਅਗਲਾ ਪ੍ਰਸ਼ਨ ਹੈ, ਸਭ ਤੋਂ ਪਹਿਲਾਂ ਕਿਹੜੇ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਦੇ ਵਿੱਚ ਉਪਦੇਸ਼ ਦਿੱਤਾ ਸੀ? ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਹਰਗੋਬਿੰਦ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ। ਤਾਂ ਸਭ ਤੋਂ ਪਹਿਲੇ ਗੁਰੂ ਸੀ ਜਿਨ੍ਹਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਉਪਦੇਸ਼ ਦਿੱਤਾ ਸੀ ਤਾਂ ਉਹ ਗੁਰੂ ਨਾਨਕ ਦੇਵ ਜੀ ਸੀ ਜੋ ਸਿੱਖਾਂ ਦੇ ਪਹਿਲੇ ਗੁਰੂ ਹੋਏ ਸੀ। ਅਗਲਾ ਪ੍ਰਸ਼ਨ ਹੈ, ਗੁਰਮੁਖੀ ਲਿਪੀ ਦਾ ਆਧੁਨਿਕ ਸੰਸ਼ੋਧਿਤ ਰੂਪ ਕਿਸ ਨੇ ਪੇਸ਼ ਕੀਤਾ ਸੀ? ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਹਰਗੋਬਿੰਦ ਜੀ ਨੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ। ਤਾਂ ਆਧੁਨਿਕ ਸੰਸ਼ੋਧਿਤ ਰੂਪ ਸੀ ਜਿਹੜਾ ਗੁਰਮੁਖੀ ਲਿਪੀ ਦਾ ਤਾਂ ਇਹ ਗੁਰੂ ਅੰਗਦ ਦੇਵ ਜੀ ਨੇ ਪੇਸ਼ ਕੀਤਾ ਸੀ। ਭਾਈ ਲਹਿਣਾ ਜੀ ਜੋ ਇਹਨਾਂ ਦਾ ਨਾਮ ਸੀਗਾ। ਅਗਲਾ ਪ੍ਰਸ਼ਨ ਹੈ, ਗੁਰੂ ਅੰਗਦ ਦੇਵ ਜੀ ਨੇ ਕਿਸ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਜਿਹੜਾ ਉਹ ਨਿਯੁਕਤ ਕੀਤਾ ਸੀ? ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਨਾਨਕ ਦੇਵ ਜੀ। ਤੇ ਇਹਦਾ ਆਨਸਰ ਤੁਹਾਨੂੰ ਪਤਾ ਹੋਏਗਾ, ਗੁਰੂ ਅਮਰਦਾਸ ਜੀ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਸੀ ਜਿਹੜਾ ਉਹ ਨਿਯੁਕਤ ਕੀਤਾ ਸੀ। ਸੋ ਇਹ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ 29 ਕੁਐਸਚਨ ਜਿਹੜੇ ਬਣਦੇ ਹੈ। ਸੋ ਇਹਨਾਂ ਕੁਐਸਚਨ ਤੋਂ ਬਾਅਦ ਜਾਂ ਇਹਨਾਂ ਕੁਐਸਚਨ ਤੋਂ ਉੱਪਰ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਆਏਗਾ। ਸੋ ਜਿੰਨੇ ਵੀ ਇਹ ਕੁਐਸਚਨ ਬਣਦੇ ਸੀ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਹੈ। ਸੋ ਅਗਲੇ ਕੁਐਸਚਨ ਹੋਣਗੇ ਜਿਹੜੇ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਹੋਣਗੇ, ਜਿੰਨੇ ਵੀ ਉਹਨਾਂ ਦੇ ਕਾਰਜ ਨੇ, ਜੋ ਵੀ ਉਹਨਾਂ ਦਾ ਜਨਮ ਸਥਾਨ ਹੈ, ਮਾਤਾ ਪਿਤਾ ਦਾ ਨਾਮ ਹੈ, ਸਿੱਖਿਆ ਪ੍ਰਾਪਤ ਕਰਨੀ ਹੈ, ਸਿੱਖ ਪੰਥ ਲਈ ਕੀ ਯੋਗਦਾਨ ਸੀ, ਇਹ ਸਾਰੇ ਤੁਹਾਨੂੰ ਕਵਰ ਹੈ ਜਿਹੜੇ ਉਹ ਕਰਵਾਏ ਜਾਣਗੇ।
ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਇਹਨੂੰ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਕਲਾਸ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਧੰਨਵਾਦ ਜੀ।